ਬਹੁਤ ਪਹਿਲਾਂ ਦੀ ਗੱਲ ਹੈ। ਅਲੀ ਬਾਬਾ ਨਾਂ ਦਾ ਇੱਕ ਕਾਰਪੈਂਟਰ ਹੋਇਆ ਕਰਦਾ ਸੀ। ਉਹ ਆਪਣੀ ਵਹੁਟੀ ਨਾਲ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅਲੀ ਬਾਬਾ ਆਪਣੇ ਖੋਤੇ ਨੂੰ ਲੈ ਕੇ ਜੰਗਲ ਵਿੱਚ ਲੱਕੜੀਆਂ ਕੱਟਣ ਜਾਇਆ ਕਰਦਾ ਸੀ ਅਤੇ ਉਹਨਾਂ ਲੱਕੜੀਆਂ ਨੂੰ ਵੇਚ ਕੇ ਹੀ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹ ਲੱਕੜੀਆਂ ਕੱਟਣ ਜੰਗਲ ਵਿੱਚ ਗਿਆ। ਉਸੇ ਵੇਲੇ ਉਹਨੂੰ ਆਵਾਜ਼ ਸੁਣਾਈ ਦਿੱਤੀ, ਘੋੜਿਆਂ ਦੀ ਇੱਕ ਟੋਲੀ ਦੀ, ਅਤੇ ਉਹਨੂੰ ਘਬਰਾਹਟ ਹੋਣ ਲੱਗੀ। ਸ਼ਾਇਦ ਇਹ ਚੋਰ ਹੈ, ਮੈਂ ਲੁਕ ਜਾਣਾ। ਖੋਤੇ ਨੂੰ ਝਾੜੀਆਂ ਦੇ ਪਿੱਛੇ ਲੁਕਾ ਕੇ ਅਲੀ ਬਾਬਾ ਪੇੜ ਉੱਤੇ ਚੜ ਗਿਆ। ਉਹ ਟੋਲੀ ਸਿੱਧੇ ਉਸ ਪੇੜ ਦੇ ਥੱਲੇ ਆ ਕੇ ਹੀ ਰੁਕੀ। ਅਲੀ ਬਾਬਾ ਨੇ ਗਿਣਤੀ ਕੀਤੀ, ਉਹ ਪੂਰੇ 40 ਸੀ। ਉਹਨਾਂ ਲੋਕਾਂ ਨੇ ਕੁਝ ਭਾਰੀ ਸਮਾਨ ਆਪਣੇ ਘੋੜਿਆਂ ਤੋਂ ਲਾਇਆ। ਅਲੀ ਬਾਬਾ ਨੂੰ ਸਮਝ ਆ ਗਿਆ ਕਿ ਉਹ ਚੋਰ ਨੇ। ਉਹਨਾਂ ਦਾ ਸਰਦਾਰ ਇੱਕ ਵੱਡੀ ਚਟਾਨ ਕੋਲ ਗਿਆ ਅਤੇ ਜ਼ੋਰ ਨਾਲ ਚਿল্ਲਾਇਆ, ਖੁੱਲ ਜਾ ਸਿਮ ਸਿਮ। ਉਸੇ ਵੇਲੇ ਕੁਝ ਅਜੀਬ ਹੋਇਆ। ਉਹ ਵੱਡੀ ਚਟਾਨ ਹਟ ਗਈ, ਜਿਵੇਂ ਇੱਕ ਗੇਟ ਹੋਵੇ, ਅਤੇ ਸਾਹਮਣੇ ਸੀ ਇੱਕ ਗੁਫਾ। ਸਾਰੇ ਚੋਰ ਇੱਕ ਇੱਕ ਕਰਕੇ ਅੰਦਰ ਗਏ ਆਪਣੇ ਭਾਰੀ ਸਮਾਨ ਦੇ ਨਾਲ। ਆਖਰੀ ਚੋਰ ਦੇ ਜਾਂਦੇ ਹੀ ਉਹ ਚਟਾਨ ਫੇਰ ਆਪਣੀ ਥਾਂ ਉੱਤੇ ਆ ਗਈ। ਅਲੀ ਬਾਬਾ ਨੂੰ ਭਰੋਸਾ ਨਹੀਂ ਹੋਇਆ, ਪਰ ਥੋੜੀ ਦੇਰ ਬਾਅਦ ਉਹ ਚਟਾਨ ਫੇਰ ਹਿੱਲੀ ਤੇ ਚੋਰ ਬਾਹਰ ਆਏ। ਉਹਨਾਂ ਦਾ ਸਰਦਾਰ ਜ਼ੋਰ ਨਾਲ ਚਿল্ਲਾਇਆ, ਬੰਦ ਹੋ ਜਾ ਸਿਮ ਸਿਮ। ਉਸ ਚਟਾਨ ਨੇ ਫੇਰ ਤੋਂ ਰਸਤਾ ਬੰਦ ਕਰ ਦਿੱਤਾ ਅਤੇ ਉਹ ਟੋਲੀ ਘੋੜਿਆਂ ਤੇ ਸਵਾਰ ਹੋ ਕੇ ਚਲੀ ਗਈ। ਅਲੀ ਬਾਬਾ ਪੇੜ ਤੋਂ ਥੱਲੇ ਉਤਰਿਆ ਅਤੇ ਸਿੱਧਾ ਚਟਾਨ ਵੱਲ ਗਿਆ। ਉਹਨੇ ਉਹੀ ਸ਼ਬਦ ਕਹੇ, ਖੁੱਲ ਜਾ ਸਿਮ ਸਿਮ। ਉਹ ਚਟਾਨ ਗੜਗੜਾਹਟ ਦੀ ਆਵਾਜ਼ ਨਾਲ ਫੇਰ ਤੋਂ ਹਟ ਗਈ। ਅਲੀ ਬਾਬਾ ਅੰਦਰ ਗਿਆ। ਅੰਦਰ ਜੋ ਸੀ ਉਹ ਵੇਖ ਕੇ ਉਹਦਾ ਸਿਰ ਘੁੰਮ ਗਿਆ। ਸੋਨੇ ਦੇ ਸਿੱਕੇ, ਹੀਰੇ, ਖਜ਼ਾਨੇ ਇੱਧਰ ਉੱਧਰ ਹੀ ਬਿਖਰੇ ਹੋਏ ਪਏ ਸੀ। ਉਹਨੇ ਚੁਣ ਕੇ 3 ਬੋਰੀਆਂ ਸੰਭਾਲ ਲਿਆ ਅਤੇ ਨਿਕਲ ਗਿਆ। ਬਾਹਰ ਉਹਨੇ ਫੇਰ ਤੋਂ ਉਹ ਬੋਲਿਆ ਜੋ ਸਰਦਾਰ ਨੇ ਬੋਲਿਆ ਸੀ, ਬੰਦ ਹੋ ਜਾ ਸਿਮ ਸਿਮ। ਉਹਨੇ ਸਾਰਾ ਸਮਾਨ ਆਪਣੇ ਖੋਤੇ ਉੱਤੇ ਰੱਖਿਆ ਅਤੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹਨੇ ਉਹ ਸਮਾਨ ਆਪਣੀ ਵਹੁਟੀ ਨੂੰ ਵਿਖਾਇਆ। ਉਹਨੂੰ ਵੀ ਸਮਝ ਨਹੀਂ ਆਇਆ ਕਿ ਅਲੀ ਬਾਬਾ ਇਹ ਸਭ ਲਿਆਇਆ ਕਿੱਥੋਂ, ਇੰਨਾ ਸੋਨਾ ਕਿੱਥੋਂ ਮਿਲਿਆ। ਅਲੀ ਬਾਬਾ ਨੇ ਉਹਨੂੰ ਸਾਰੀ ਕਹਾਣੀ ਦੱਸੀ। ਉਹ ਸੁਣ ਕੇ ਬੜੀ ਖੁਸ਼ ਹੋਈ ਅਤੇ ਸਮਾਨ ਕੱਢਣ ਲੱਗੀ। ਚਲੋ ਗਿਣਦੇ ਹਾਂ, ਸਾਡੇ ਕੋਲ ਕਿੰਨੇ ਸਿੱਕੇ ਨੇ। ਨਹੀਂ, ਇੱਕ ਟੋਆ ਪੱਟ ਕੇ ਉਹਦੇ ਅੰਦਰ ਲੁਕਾ ਦਿੰਨੇ ਹਾਂ। ਫੇਰ ਤੁਸੀਂ ਦੱਬਣ ਵਾਸਤੇ ਥਾਂ ਬਣਾਓ ਅਤੇ ਮੈਂ ਤੁਹਾਡੇ ਭਰਾ ਕਾਸਿਮ ਕੋਲੋਂ ਭਾਂਡਾ ਲੈ ਕੇ ਆਂਦੀ ਹਾਂ। ਅਲੀ ਬਾਬਾ ਦਾ ਭਰਾ ਬੜਾ ਅਮੀਰ ਸੀ, ਪਰ ਲਾਲਚੀ ਵੀ ਸੀ। ਉਹ ਕਦੀ ਅਲੀ ਬਾਬਾ ਦੀ ਮਦਦ ਨਹੀਂ ਕਰਦਾ ਸੀ। ਇਸ ਕਰਕੇ ਅਲੀ ਬਾਬਾ ਨੇ ਕਿਹਾ, ਸਿੱਕਿਆਂ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕਿਸੇ ਨੂੰ ਵੀ ਨਹੀਂ। ਉਹਦੀ ਵਹੁਟੀ ਕਾਸਿਮ ਤੋਂ ਨਾਪਣ ਵਾਸਤੇ ਭਾਂਡਾ ਮੰਗਣ ਪਹੁੰਚੀ। ਕਾਸਿਮ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤੇ ਉਹਨੇ ਪੁੱਛਿਆ, ਤੈਨੂੰ ਕਿਉਂ ਚਾਹੀਦਾ ਹੈ? ਕੀ ਨਾਪੇਂਗੀ ਉਸ ਵਿੱਚ? ਅਲੀ ਬਾਬਾ ਦੀ ਵਹੁਟੀ ਨੇ ਕੁਝ ਝੂਠ ਮੂਠ ਜਿਹਾ ਕਹਿ ਦਿੱਤਾ। ਕਾਸਿਮ ਨੂੰ ਉਹਦੇ ਉੱਤੇ ਭਰੋਸਾ ਨਹੀਂ ਹੋਇਆ। ਉਹਨੇ ਚੁੱਪਕੇ ਜਿਹੇ ਭਾਂਡੇ ਥੱਲੇ ਸ਼ਹਿਦ ਲਾ ਕੇ ਦੇ ਦਿੱਤਾ। ਉਸੇ ਭਾਂਡੇ ਵਿੱਚ ਸੋਨੇ ਦੇ ਸਿੱਕੇ ਨਾਪਣ ਲੱਗੇ ਦੋਨੋਂ, ਅਤੇ ਫੇਰ ਸਾਰੇ ਸਿੱਕੇ ਦੱਬ ਦਿੱਤੇ।
ਉਸ ਤੋਂ ਬਾਅਦ ਅਲੀ ਬਾਬਾ ਦੀ ਬੋਟੀ ਕਾਸਿਮ ਨੂੰ ਭਾਂਡਾ ਮੋੜਨ ਗਈ, ਪਰ ਉਹਨੇ ਵੇਖਿਆ ਹੀ ਨਹੀਂ ਕਿ ਭਾਂਡੇ ਥੱਲੇ ਸੋਨੇ ਦਾ ਇੱਕ ਸਿੱਕਾ ਚਿਪਕ ਗਿਆ ਸੀ। ਇਹ ਬਹੁਤ ਵੱਡੀ ਗਲਤੀ ਕੀਤੀ ਸੀ ਉਹਨੇ। ਕਾਸਿਮ ਨੂੰ ਭਾਂਡਾ ਮਿਲਦੇ ਹੀ ਉਹਨੇ ਉਹਦੇ ਥੱਲੇ ਵੇਖਿਆ। ਸੋਨੇ ਦਾ ਸਿੱਕਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਕਿੱਥੋਂ ਮਿਲਿਆ ਹੋਣਾ ਅਲੀ ਬਾਬਾ ਨੂੰ ਉਹ ਸੋਨਾ? ਕਾਸਿਮ ਦੀ ਨੀਂਦ ਉੜ ਗਈ। ਸਵੇਰ ਹੁੰਦੇ ਹੀ ਉਹ ਅਲੀ ਬਾਬਾ ਦੇ ਘਰ ਗਿਆ ਅਤੇ ਉਹਨੂੰ ਭਾਂਡੇ ਦੇ ਥੱਲੇ ਲੱਗਿਆ ਹੋਇਆ ਸਿੱਕਾ ਵਿਖਾਇਆ। ਅਲੀ ਬਾਬਾ, ਤੂੰ ਸੋਨਾ ਮੁੱਲ ਤਾਂ ਨਹੀਂ ਲੈ ਸਕਦਾ। ਕਿੱਥੋਂ ਆਇਆ ਇਹ ਸੋਨਾ? ਦੱਸ ਮੈਨੂੰ। ਅਲੀ ਬਾਬਾ ਨੇ ਕਾਸਿਮ ਨੂੰ ਸਾਰੀ ਕਹਾਣੀ ਦੱਸੀ ਤਾਂ ਕਿ ਉਹ ਕਿਸੇ ਹੋਰ ਨੂੰ ਨਾ ਦੱਸੇ। ਜੇ ਤੂੰ ਮੈਨੂੰ ਉਸ ਥਾਂ ਤੇ ਨਹੀਂ ਲੈ ਕੇ ਗਿਆ ਤਾਂ ਮੈਂ ਚੋਰਾਂ ਨੂੰ ਦੱਸ ਦਿਆਂਗਾ ਤੂੰ ਕੀ ਕੀਤਾ ਹੈ। ਪਰ ਕਾਸਿਮ, ਅਲੀ ਬਾਬਾ ਨੂੰ ਪਤਾ ਸੀ ਕਿ ਕਾਸਿਮ ਸੱਚੀ ਹੀ ਦੱਸ ਦੇਵੇਗਾ। ਉਹਨੂੰ ਕਾਸਿਮ ਨੂੰ ਉੱਥੇ ਲੈ ਕੇ ਜਾਣਾ ਹੀ ਪਿਆ। ਉਹ ਗੁਫਾ ਇਸੇ ਪਹਾੜੀ ਦੇ ਪਿੱਛੇ ਹੈ। ਚਲੋ ਇੱਥੋਂ ਛੇਤੀ ਚਲੀਏ, ਕਿਤੇ ਉਹ ਚੋਰ ਫੇਰ ਨਾ ਆ ਜਾਣ। ਦੋਨੋਂ ਵਾਪਸ ਘਰ ਮੁੜ ਆਏ, ਪਰ ਕਾਸਿਮ ਦਾ ਧਿਆਨ ਉੱਥੇ ਗੁਫਾ ਵਿੱਚ ਹੀ ਸੀ। ਉਹ ਹੱਥੋਂ ਹੱਥ 2 ਖੋਤੇ ਲੈ ਕੇ ਗੁਫਾ ਕੋਲ ਪਹੁੰਚਿਆ। ਉੱਥੇ ਪਹੁੰਚਦੇ ਹੀ ਉਹਨੇ ਉਹ ਸ਼ਬਦ ਦੁਹਰਾਏ ਜਿਹੜੇ ਅਲੀ ਬਾਬਾ ਨੇ ਦੱਸੇ ਸੀ। ਖੁੱਲ ਜਾ ਸਿਮ ਸਿਮ। ਉਹ ਚਟਾਨ ਹਟ ਗਈ ਅਤੇ ਰਸਤਾ ਖੁੱਲ ਗਿਆ। ਕਾਸਿਮ ਨੂੰ ਭਰੋਸਾ ਨਹੀਂ ਹੋਇਆ। ਅੰਦਰ ਦਾ ਨਜ਼ਾਰਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਇੰਨਾ ਸੋਨਾ ਵੇਖ ਕੇ ਉਹਦਾ ਦਿਮਾਗ ਖਰਾਬ ਹੋ ਗਿਆ। ਉਹਨੇ ਛੇਤੀ ਛੇਤੀ ਸੋਨਾ ਭਰਿਆ ਆਪਣੇ ਝੋਲੇ ਵਿੱਚ। ਜਦੋਂ ਥਾਂ ਨਹੀਂ ਬਚੀ, ਉਹ ਬਾਹਰ ਨਿਕਲਣ ਲੱਗਿਆ, ਪਰ ਗੁਫਾ ਤਾਂ ਚਟਾਨ ਨਾਲ ਬੰਦ ਸੀ ਅਤੇ ਉਹਨੂੰ ਖੋਲ੍ਹਣ ਵਾਸਤੇ ਉਹਨੇ ਜੋ ਸ਼ਬਦ ਬੋਲਨੇ ਸੀ ਉਹ ਉਹਨੂੰ ਯਾਦ ਨਹੀਂ ਆ ਰਹੇ ਸੀ ਤੇ ਉਹ ਕੁਝ ਵੀ ਪੁੱਠਾ ਸਿੱਧਾ ਬੋਲਣ ਲੱਗ ਪਿਆ। ਖੁੱਲ ਜਾ ਟਿਮ ਟਿਮ, ਖੁੱਲ ਜਾ ਕੁਮ ਕੁਮ, ਖੁੱਲ ਜਾ ਜਿਮ ਜਿਮ। ਉਹ ਬਹੁਤ ਕੁਝ ਬੋਲਿਆ, ਪਰ ਚਟਾਨ ਟਸ ਤੋਂ ਮਸ ਨਹੀਂ ਹੋਈ। ਉਹ ਘਬਰਾਇਆ ਹੋਇਆ ਸੀ। ਉਹਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਐਨੀ ਦੇਰ ਵਿੱਚ ਚੋਰ ਗੁਫਾ ਕੋਲ ਪਹੁੰਚ ਗਏ। ਉਹਨਾਂ ਨੂੰ ਕਾਸਿਮ ਦਾ ਖੋਤਾ ਵੇਖ ਕੇ ਸ਼ੱਕ ਹੋਇਆ ਅਤੇ ਉਹਨਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ। ਖੁੱਲ ਜਾ ਸਿਮ ਸਿਮ। ਰਸਤਾ ਖੁੱਲਦੇ ਹੀ ਚੋਰਾਂ ਨੇ ਕਾਸਿਮ ਨੂੰ ਫੜ ਲਿਆ ਅਤੇ ਉਹਨੂੰ ਸਜ਼ਾ ਦਿੱਤੀ। ਤਾਂ ਇਹ ਚੋਰ ਸਾਡੀ ਚੋਰੀ ਕਰ ਰਿਹਾ ਸੀ। ਦੇਰ ਰਾਤ ਹੋਣ ਤੋਂ ਬਾਅਦ ਵੀ ਜਦੋਂ ਕਾਸਿਮ ਘਰ ਨਹੀਂ ਮੁੜਿਆ ਤਾਂ ਉਹਦੀ ਬੋਟੀ ਨੂੰ ਫਿਕਰ ਹੋਣ ਲੱਗੀ। ਉਹਨੇ ਅਲੀ ਬਾਬਾ ਕੋਲੋਂ ਮਦਦ ਮੰਗੀ। ਅਲੀ ਬਾਬਾ ਨੂੰ ਵੀ ਕਾਸਿਮ ਦੀ ਫਿਕਰ ਸੀ। ਉਹ ਗੁਫਾ ਕੋਲ ਪਹੁੰਚਿਆ ਤਾਂ ਉਹਨੂੰ ਕਾਸਿਮ ਦੇ ਖੋਤੇ ਦਿਸੇ ਤਾਂ ਉਹ ਸਮਝ ਗਿਆ ਕਿ ਕਾਸਿਮ ਨੂੰ ਚੋਰਾਂ ਨੇ ਮਾਰ ਦਿੱਤਾ ਹੋਵੇਗਾ। ਉਹਨੇ ਆਪਣੀ ਬੋਟੀ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ। ਕੁਝ ਦਿਨਾਂ ਬਾਅਦ ਅਲੀ ਬਾਬਾ ਅਤੇ ਉਹਦੀ ਬੋਟੀ ਕਾਸਿਮ ਦੇ ਘਰ ਵਿੱਚ ਰਹਿਣ ਲੱਗੇ। ਉਹਨਾਂ ਨੇ ਉਹਦਾ ਕੰਮਕਾਜ ਸੰਭ ਲਿਆ ਅਤੇ ਬੜੀ ਤਰੱਕੀ ਕੀਤੀ। ਉਹ ਬਹੁਤ ਅਮੀਰ ਹੋ ਗਏ। ਕੁਝ ਦਿਨਾਂ ਬਾਅਦ ਚੋਰਾਂ ਦੇ ਸਰਦਾਰ ਨੂੰ ਸਮਝ ਆਇਆ ਕਿ ਗੁਫਾ ਵਿੱਚੋਂ ਦਿਨ ਬ ਦਿਨ ਸੋਨਾ ਘੱਟ ਹੁੰਦਾ ਜਾ ਰਿਹਾ ਸੀ ਤੇ ਉਹਨੇ ਇੱਕ ਚੋਰ ਨੂੰ ਧਿਆਨ ਰੱਖਣ ਵਾਸਤੇ ਕਿਹਾ। ਸ਼ਹਿਰ 'ਚ ਜਾਓ ਤੇ ਵੇਖੋ ਕੀ ਕੋਈ ਏਦਾਂ ਦਾ ਹੈ ਜੋ ਨਵਾਂ ਅਮੀਰ ਬਣਿਆ ਹੋਵੇ ਤੇ ਬਹੁਤ ਜ਼ਿਆਦਾ ਖਰਚਾ ਕਰ ਰਿਹਾ ਹੋਵੇ। ਉਸ ਚੋਰ ਦੀ ਨਜ਼ਰ ਪਈ ਅਲੀ ਬਾਬਾ ਉੱਤੇ, ਜਿਹੜਾ ਸੋਨੇ ਦੇ ਸਿੱਕੇ ਲੈ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਉਹਨੇ ਅਲੀ ਬਾਬਾ ਦਾ ਪਿੱਛਾ ਕੀਤਾ। ਅਲੀ ਬਾਬਾ ਦੇ ਘਰ ਦੇ ਅੰਦਰ ਜਾਂਦੇ ਹੀ ਚੋਰ ਨੇ ਅਲੀ ਬਾਬਾ ਦੇ ਬੂਹੇ ਉੱਤੇ ਨਿਸ਼ਾਨ ਬਣਾ ਦਿੱਤਾ। ਸ਼ਾਮ ਵੇਲੇ ਜਦੋਂ ਕਾਸਿਮ ਦੀ ਬੋਟੀ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਗਈ ਤਾਂ ਉਹਨੇ ਉਹ ਨਿਸ਼ਾਨ ਵੇਖਿਆ। ਉਹਨੂੰ ਸਮਝ ਆ ਗਿਆ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਤੇ ਉਹਨੇ ਰੰਗ ਲੈ ਕੇ ਆਲੇ ਦੁਆਲੇ ਸਾਰੇ ਬੂਹਿਆਂ ਉੱਤੇ ਉਹਦੇ ਵਰਗੇ ਹੀ ਨਿਸ਼ਾਨ ਬਣਾ ਦਿੱਤੇ। ਸਵੇਰ ਹੁੰਦੇ ਹੀ 40 ਚੋਰਾਂ ਦੀ ਟੋਲੀ ਅਲੀ ਬਾਬਾ ਦਾ ਘਰ ਲੱਭਣ ਆਈ ਤੇ ਉਹਨਾਂ ਨੂੰ ਹਰ ਬੂਹੇ ਉੱਤੇ
ਉਹਦਾ ਦਾ ਹੀ ਨਿਸ਼ਾਨ ਦੱਸਿਆ ਅਤੇ ਉਹ ਹਾਰ ਕੇ ਵਾਪਸ ਮੁੜ ਗਏ। ਪਰ ਉਹਨਾਂ ਦਾ ਸਰਦਾਰ ਜਿੱਦੀ ਸੀ। ਉਹਨੇ ਭੇਸ ਬਦਲ ਕੇ ਉਹਨੂੰ ਲੱਭਣਾ ਸ਼ੁਰੂ ਕੀਤਾ ਅਤੇ ਚੁੱਪਚਾਪ ਉਹ ਪਹੁੰਚਿਆ ਅਲੀ ਬਾਬਾ ਦੇ ਘਰ। ਬੂਹਾ ਖੜਕਾਇਆ ਤਾਂ ਅਲੀ ਬਾਬਾ ਨੇ ਖੋਲ੍ਹਿਆ। ਮੈਂ ਬਹੁਤ ਦੂਰੋਂ ਆਇਆ ਹਾਂ। ਮੈਂ ਤੇਲ ਵੇਚਣ ਨਿਕਲਿਆ ਸੀ। ਸੁਣਿਆ ਤੁਸੀਂ ਇੱਥੋਂ ਦੇ ਸਭ ਤੋਂ ਅਮੀਰ ਇਨਸਾਨ ਹੋ। ਤੇਲ ਬਹੁਤ ਹੀ ਵਧੀਆ ਹੈ, ਖਰੀਦੋਗੇ? ਅਲੀ ਬਾਬਾ ਨੇ ਸਰਦਾਰ ਨੂੰ ਤੇਲ ਦਾ ਵਪਾਰੀ ਸਮਝ ਕੇ ਉਹਨੂੰ ਰਾਤ ਦੇ ਖਾਣ ਉੱਤੇ ਆਉਣ ਵਾਸਤੇ ਕਿਹਾ। ਤੇਲ ਦੀਆਂ 40 ਬਰਨੀਆਂ ਲੈ ਕੇ ਉਹ ਅਲੀ ਬਾਬਾ ਦੇ ਘਰ ਪਹੁੰਚਿਆ। ਅਲੀ ਬਾਬਾ ਨੇ ਉਹਦੀ ਬਹੁਤ ਖਾਤਰਦਾਰੀ ਕੀਤੀ। ਰਾਤ ਨੂੰ ਉੱਥੇ ਹੀ ਰੁਕਣ ਦੀ ਸਲਾਹ ਦੇਣ ਤੇ ਸਰਦਾਰ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਜਦੋਂ ਉਹ ਦੋਨੋਂ ਖਾਣਾ ਖਾ ਰਹੇ ਸੀ, ਕਾਸਿਮ ਦੀ ਬੋਟੀ ਤੇਲ ਦੀਆਂ ਬਰਨੀਆਂ ਵੇਖਣ ਗਈ। ਉਹਨੂੰ ਕੁਝ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਨਿਕਲੀਏ? ਨਹੀਂ ਥੋੜੀ ਦੇਰ ਹੋਰ। ਤਾਂ ਉਹਨੂੰ ਇਹ ਸਮਝ ਆ ਗਿਆ ਬਰਨੀਆਂ ਵਿੱਚ ਤੇਲ ਨਹੀਂ ਹੈ, ਬਲਕਿ ਚੋਰ ਲੁਕੇ ਨੇ ਅਤੇ ਉਹ ਇੱਥੇ ਕਿਉਂ ਆਏ ਨੇ। ਉਹ ਰਸੋਈ ਵਿੱਚ ਗਈ ਅਤੇ ਬਹੁਤ ਸਾਰਾ ਤੇਲ ਗਰਮ ਕੀਤਾ ਅਤੇ ਹਰ ਇੱਕ ਬਰਨੀ ਵਿੱਚ ਗਰਮ ਤੇਲ ਪਾ ਦਿੱਤਾ। ਅੰਦਰ ਬੈਠੇ ਚੋਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਕੁਝ ਕਰ ਵੀ ਨਹੀਂ ਸਕੇ। ਦੇਰ ਰਾਤ ਸਾਰਿਆਂ ਦੇ ਸੌਣ ਪਿੱਛੋਂ ਸਰਦਾਰ ਉਹਨਾਂ ਕੋਲ ਆਇਆ। ਹੁਣ ਬਾਹਰ ਆ ਜਾਓ। ਉਹਨੂੰ ਕੋਈ ਵੀ ਹਰਕਤ ਨਹੀਂ ਦਿਸੀ ਤਾਂ ਉਹ ਫੇਰ ਬੋਲਿਆ। ਸੌਂ ਗਏ ਕੀ? ਉਹਨੇ ਫੇਰ ਕਿਹਾ, ਪਰ ਕੋਈ ਜਵਾਬ ਨਹੀਂ ਮਿਲਿਆ ਤੇ ਉਹਨੇ ਇੱਕ ਬਰਨੀ ਖੋਲ ਕੇ ਵੇਖੀ। ਉਹਨੇ ਜੋ ਵੇਖਿਆ ਉਹ ਵੇਖ ਕੇ ਉਹਦਾ ਦਿਲ ਬਹਿ ਗਿਆ। ਕਿਤੇ ਉਹ ਵੀ ਨਾ ਫੜਿਆ ਜਾਵੇ, ਇਹ ਸੋਚ ਕੇ ਉਹ ਡਰ ਗਿਆ ਅਤੇ ਉੱਥੋਂ ਭੱਜਿਆ ਤੇ ਫੇਰ ਕਦੇ ਮੁੜ ਕੇ ਵਾਪਸ ਨਹੀਂ ਆਇਆ। ਅਗਲੀ ਸਵੇਰ ਕਾਸਿਮ ਦੀ ਬੋਟੀ ਨੇ ਅਲੀ ਬਾਬਾ ਨੂੰ ਇਸ ਹਾਦਸੇ ਬਾਰੇ ਸਭ ਕੁਝ ਦੱਸਿਆ। ਹੁਣ ਉਹ ਬਿਨਾਂ ਚੋਰਾਂ ਦੀ ਫਿਕਰ ਕੀਤੇ ਪੂਰੇ ਪਰਿਵਾਰ ਨਾਲ ਹਸੀ ਖੁਸ਼ੀ ਜੀਵਨ ਬਿਤਾਉਣ ਲੱਗੇ। ਇੱਕ ਸਮੇਂ ਦੀ ਗੱਲ ਹੈ, ਇੱਕ ਬਹੁਤ ਅਮੀਰ ਆਦਮੀ ਸੀ। ਉਹਨਾਂ ਦੀਆਂ 3 ਬੇਟੀਆਂ ਸੀ, ਜਿਹਦੇ ਚੋਂ 2 ਬਹੁਤ ਹੀ ਲਾਲਚੀ ਅਤੇ ਮਤਲਬੀ ਸੀ। ਪਰ ਉਹਨਾਂ ਦੀ ਤੀਜੀ ਬੇਟੀ ਦੇ ਦਿਲ ਵਿੱਚ ਢੇਰ ਸਾਰਾ ਪਿਆਰ ਸੀ। ਇੱਕ ਦਿਨ ਪਿਓ ਨੂੰ ਖਬਰ ਮਿਲੀ ਕਿ ਉਹਨਾਂ ਦੇ ਕੁਝ ਜਹਾਜ਼ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਵਿੱਚ ਡੁੱਬ ਗਏ ਨੇ। ਉਸ ਵਿਚਾਰੇ ਦਾ ਸਭ ਕੁਝ ਖਤਮ ਹੋ ਗਿਆ, ਸਿਵਾਏ ਜਿਸ ਘਰ ਵਿੱਚ ਉਹ ਰਹਿੰਦੇ ਸੀ। ਦੋਵੇਂ ਲਾਲਚੀ ਭੈਣਾਂ ਇਸ ਗੱਲ ਤੋਂ ਜ਼ਰਾ ਪਰੇਸ਼ਾਨ ਸੀ। ਉਸ ਪੂਰਾ ਦਿਨ ਉਹ ਬਸ ਬੈਠੇ-ਬੈਠੇ ਚੰਗਾ ਮੰਦਾ ਬੋਲ ਰਹੀਆਂ ਸੀ। ਘਰ ਦਾ ਸਾਰਾ ਕੰਮ ਬਿਊਟੀ ਹੀ ਕਰ ਰਹੀ ਸੀ। ਕੁਝ ਸਮੇਂ ਬਾਅਦ ਪਿਤਾਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਜਹਾਜ਼ ਸਮੁੰਦਰ ਕੰਢੇ ਪਹੁੰਚ ਗਿਆ ਹੈ। ਉਹ ਉਹਦੇ ਕੋਲ ਜਾਣ ਦੀ ਤਿਆਰੀ ਕਰਨ ਲੱਗੇ। ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੇਟੀਆਂ ਨੂੰ ਪੁੱਛਿਆ, ਤੁਹਾਡੇ ਤਿੰਨਾਂ ਦੇ ਵਾਸਤੇ ਅਸੀਂ ਕੀ ਲਿਆਈਏ? ਡਰੈਸ, ਸ਼ੂਜ਼, ਨੈਕਲੈਸ ਅਤੇ ਬ੍ਰੇਸਲੇਟਸ। ਤੇ ਤੇਰੇ ਲਈ ਬਿਊਟੀ ਕੁਛ ਤਾਂ ਮੰਗ। ਬਸ ਇੱਕ ਗੁਲਾਬ ਦਾ ਫੁੱਲ ਡੈਡੀ। ਪਿਤਾਜੀ ਇੱਕ ਲੰਮਾ ਸਫ਼ਰ ਤੈਅ ਕਰਕੇ ਉਸ ਜਹਾਜ਼ ਤੱਕ ਪਹੁੰਚੇ। ਨਾ ਉਸ ਵਿੱਚ ਕੋਈ ਸਮਾਨ ਸੀ, ਨਾ ਹੀ ਉਹ ਜਹਾਜ਼ ਕੰਮਦਾ ਰਹਿ ਗਿਆ ਸੀ। ਉਦਾਸ ਅਤੇ ਥੱਕੇ ਹਾਰੇ ਉਹ ਵਾਪਸ ਘਰ ਨੂੰ ਮੁੜ ਪਏ। ਹਨੇਰਾ ਹੁੰਦੇ ਹੁੰਦੇ ਉਹ ਇੱਕ ਜੰਗਲ ਵਿੱਚ ਪਹੁੰਚੇ। ਸੁਨਸਾਨ ਪਿਆ ਸੀ ਅਤੇ ਠੰਡ ਵੀ ਸੀ। ਬਰਫ਼ ਪੈ ਰਹੀ ਸੀ। ਕਈ ਘੰਟਿਆਂ ਤੱਕ ਉਹ ਤੁਰਦੇ ਰਹੇ, ਬਰਫ਼ ਦੇ ਉੱਤੇ ਵੀ। ਅਖੀਰ ਇੱਕ ਜਗ੍ਹਾ ਉਹਨਾਂ ਨੂੰ ਇੱਕ ਕੈਸਲ ਦਿਖਿਆ, ਜਿਹਦੇ ਵਿੱਚ ਲਾਈਟਾਂ ਜਲ ਰਹੀਆਂ ਸੀ।
ਉਹ ਮਦਦ ਦੀ ਉਮੀਦ ਵਿੱਚ ਅੰਦਰ ਗਏ। ਕੁਝ ਅਜੀਬ ਸੀ ਉਹ ਕੈਸਲ। ਸਾਰੇ ਪਾਸੇ ਲਾਈਟਾਂ ਜਲ ਰਹੀਆਂ ਸੀ, ਡਾਈਨਿੰਗ ਟੇਬਲ ਤੇ ਖਾਣਾ ਵੀ ਲੱਗਿਆ ਸੀ ਅਤੇ ਚਿਮਨੀ ਵੀ ਜਲ ਰਹੀ ਸੀ, ਮਗਰ ਇਨਸਾਨ ਇੱਕ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਆਵਾਜ਼ ਵੀ ਲਗਾਈ ਪਰ ਕੋਈ ਜਵਾਬ ਨਹੀਂ। ਕਦੋਂ ਤੱਕ ਰੁਕਦੇ? ਭੁੱਖ ਬੜੀ ਲੱਗੀ ਸੀ। ਉਹਨਾਂ ਨੇ ਖਾਣਾ ਖਾਇਆ ਅਤੇ ਇੱਕ ਸੋਹਣੇ ਜਿਹੇ ਬੈੱਡ ਤੇ ਸੋ ਗਏ। ਜਦੋਂ ਉਹ ਸਵੇਰੇ ਉੱਠੇ, ਉਹਨਾਂ ਨੂੰ ਪਾਉਣ ਵਾਸਤੇ ਤਾਜ਼ੇ ਕੱਪੜੇ ਤਿਆਰ ਮਿਲੇ। ਥੱਲੇ ਗਏ ਤਾਂ ਸ਼ਾਨਦਾਰ ਬ੍ਰੇਕਫਾਸਟ ਤਿਆਰ ਸੀ। ਇਹ ਜ਼ਰੂਰ ਕਿਸੇ ਪਰੀ ਦਾ ਕੈਸਲ ਹੋਵੇਗਾ, ਵਰਨਾ ਕੋਈ ਕਿਸੇ ਦੀ ਐਨੀ ਮਦਦ ਕਰਦਾ ਹੈ। ਉਹ ਮਿਲੇ ਤਾਂ ਮੈਂ ਥੈਂਕ ਯੂ ਬੋਲਾਂਗਾ ਮਿਲकर। ਕੈਸਲ ਚੋਂ ਨਿਕਲਦੇ ਹੋਏ ਉਹਨਾਂ ਨੂੰ ਗਾਰਡਨ ਵਿੱਚ ਗੁਲਾਬ ਦਿਖਿਆ। ਉਹਨਾਂ ਨੇ ਸੋਚਿਆ, ਮੈਂ ਆਪਣੀ ਦੋਨਾਂ ਬੇਟੀਆਂ ਵਾਸਤੇ ਤਾਂ ਕੁਝ ਨਹੀਂ ਲੈ ਕੇ ਜਾ ਰਿਹਾ, ਘੱਟ ਤੋਂ ਘੱਟ ਬਿਊਟੀ ਵਾਸਤੇ ਤਾਂ ਲੈ ਜਾਵਾਂ। ਜਿੱਦਾਂ ਹੀ ਉਹਨਾਂ ਨੇ ਇੱਕ ਗੁਲਾਬ ਤੋੜਿਆ, ਧਰਤੀ ਹਿੱਲਣ ਲੱਗੀ ਅਤੇ ਹਵਾ ਤੇਜ਼ ਹੋ ਗਈ। ਪੇੜਾਂ ਦੇ ਵਿੱਚੋਂ ਇੱਕ ਰਾਖਸ਼ਸ ਵਰਗਾ ਦਿਖਣ ਵਾਲਾ ਬੀਸਟ ਨਿਕਲ ਕੇ ਆਇਆ। ਪਿਤਾ ਜੀ ਦਾ ਸਿਰ ਚਕਰਾਣ ਲੱਗਾ ਉਹਨੂੰ ਦੇਖ ਕੇ। ਮੈਂ ਤੈਨੂੰ ਖਾਣਾ ਦਿੱਤਾ, ਕੱਪੜੇ ਦਿੱਤੇ, ਰਹਿਣ ਦੀ ਜਗ੍ਹਾ ਦਿੱਤੀ, ਤੇ ਤੁਸੀਂ ਮੇਰੇ ਗੁਲਾਬ ਤੋੜਦੇ ਹੋ। ਇਹ ਸ਼ਰਾਫਤ ਹੈ ਤੁਹਾਡੀ। ਪਿਤਾ ਜੀ ਉਹਨੂੰ ਸੌਰੀ ਕਹਿੰਦੇ ਰਹੇ ਅਤੇ ਦੱਸਿਆ ਕਿ ਉਹ ਇੱਕ ਗੁਲਾਬ ਆਪਣੀ ਬੇਟੀ ਵਾਸਤੇ ਲੈ ਕੇ ਜਾਣਾ ਚਾਹੁੰਦੇ ਸੀ। ਜੋ ਤੁਸੀਂ ਕੀਤਾ ਉਹਦੀ ਸਜ਼ਾ ਤੇ ਮਿਲੇਗੀ। ਮੈਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਇੱਕ ਹੀ ਸ਼ਰਤ ਨਾਲ ਮਾਫ ਕਰ ਸਕਦਾ। ਬੀਸਟ ਨੇ ਪਿਓ ਨੂੰ ਬੋਲਿਆ, ਤੁਹਾਡੀ 3 ਧੀਆਂ ਨੇ, ਜੇ ਉਹਨਾਂ ਚੋਂ ਇੱਕ ਮੇਰੇ ਨਾਲ ਰਹਿਣ ਲਗੇ ਤਾਂ ਮੈਂ ਤੈਨੂੰ ਜ਼ਿੰਦਾ ਰਹਿਣ ਦਿਆਂਗਾ। ਦਿਲ ਤੇ ਬੋਝ ਲੈ ਕੇ ਪਿਤਾ ਜੀ ਘਰ ਵੱਲ ਤੁਰ ਪਏ। ਘਰ ਪਹੁੰਚਣ ਤੇ ਦੋਨੋਂ ਮਤਲਬੀ ਭੈਣਾਂ ਨੇ ਪਿਤਾ ਜੀ ਦੀ ਕਹਾਣੀ ਸੁਣੀ, ਪਰ ਬੀਸਟ ਦੀ ਸ਼ਰਤ ਨੂੰ ਅਣਸੁਣਾ ਕਰ ਦਿੱਤਾ। ਬਿਊਟੀ ਉਹਨਾਂ ਤੋਂ ਵੱਖਰੀ ਸੀ। ਡੈਡੀ, ਜੇ ਤੁਸੀਂ ਹਾਂ ਕਹੋ ਤਾਂ ਬੀਸਟ ਦੇ ਕੋਲ ਮੈਂ ਚਲੀ ਜਾਣੀ ਹਾਂ। ਦੋਨੋਂ ਮਤਲਬੀ ਭੈਣਾਂ ਖੁਸ਼ ਹੋ ਗਈਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੈਸੇ ਵੀ ਸਾਰੀ ਗਲਤੀ ਬਿਊਟੀ ਦੀ ਹੀ ਸੀ। ਉਦਾਸ ਅਤੇ ਮਜਬੂਰ ਪਿਤਾ ਜੀ ਬਿਊਟੀ ਨੂੰ ਲੈ ਕੇ ਕੈਸਲ ਵੱਲ ਨਿਕਲੇ। ਪਹੁੰਚ ਕੇ ਵੇਖਿਆ ਕਿ ਸਭ ਕੁਝ ਪਹਿਲਾਂ ਵਰਗਾ ਹੀ ਸੀ। ਟੇਬਲ ਤੇ ਖਾਣਾ ਸੀ ਅਤੇ ਕੋਈ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਖਾਣਾ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਬੀਸਟ ਉੱਥੇ ਪਹੁੰਚਿਆ। ਉਹਨੂੰ ਦੇਖਦੇ ਹੀ ਬਿਊਟੀ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਬੀਸਟ ਉਨਾ ਹੀ ਭਿਆਨਕ ਸੀ ਜਿੰਨਾ ਪਿਤਾ ਜੀ ਨੇ ਉਹਨੂੰ ਦੱਸਿਆ ਸੀ। ਬੀਸਟ ਨੇ ਬਹੁਤ ਨਮਰਤਾ ਦੇ ਨਾਲ ਪੁੱਛਿਆ, ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ? ਹਾਂ। ਤਾਂ ਕੱਲ ਸਵੇਰੇ ਤੇਰੇ ਪਿਤਾ ਜੀ ਇੱਥੋਂ ਚਲੇ ਜਾਣਗੇ ਤੇ ਕਦੀ ਨਹੀਂ ਮੁੜेंगे। ਬਿਊਟੀ ਅਗਲੀ ਸਵੇਰ ਉੱਠੀ ਤਾਂ ਪਿਤਾ ਜੀ ਜਾ ਚੁੱਕੇ ਸੀ ਅਤੇ ਸ਼ਾਨਦਾਰ ਬ੍ਰੇਕਫਾਸਟ ਉਹਦੀ ਉਡੀਕ ਕਰ ਰਿਹਾ ਸੀ। ਉਹ ਕੁਝ ਦੇਰ ਗਾਰਡਨ ਵਿੱਚ ਘੁੰਮ ਰਹੀ ਸੀ। ਗੁਲਾਬ ਦੇਖਦੇ ਹੀ ਉਹ ਉਦਾਸ ਹੋ ਗਈ। ਫਿਰ ਉਹ ਕੈਸਲ ਦੇ ਅੰਦਰ ਗਈ। ਇੱਕ ਬੂਹਾ ਗੁਲਾਬ ਨਾਲ ਭਰਿਆ ਸੀ। ਉਹਨੂੰ ਸਮਝ ਨਹੀਂ ਆਇਆ ਉਹ ਉਹਦੇ ਅੰਦਰ ਗਈ। ਬਹੁਤ ਸੋਹਣੇ ਤਰੀਕੇ ਨਾਲ ਉਸ ਰੂਮ ਨੂੰ ਸਜਾਇਆ ਗਿਆ ਸੀ। ਉਹਦੇ ਵਿੱਚ ਕਿਤਾਬਾਂ, ਫੁੱਲ ਅਤੇ ਮਿਊਜ਼ੀਕਲ ਇਨਸਟਰੂਮੈਂਟ ਸੀ। ਉਹਨੂੰ ਲੱਗਿਆ ਕਿ ਜਿਹੜਾ ਰੂਮ ਨੂੰ ਇਸ ਤਰ੍ਹਾਂ ਸਜਾ ਸਕਦਾ ਹੈ, ਉਹ ਕਿਸੇ ਨੂੰ ਸੱਟ ਨਹੀਂ ਪੁਜਾ ਸਕਦਾ। ਫਿਰ ਉਹਨੇ ਇੱਕ ਕਿਤਾਬ ਚੁੱਕੀ। ਉਹਦੇ ਵਿੱਚ ਗੋਲਡਨ ਲੈਟਰਸ ਨਾਲ ਲਿਖਿਆ ਸੀ, ਸਾਹਿਬਾ, ਤੁਹਾਡੀ ਖੁਆਇਸ਼ ਮੇਰੀ ਲਈ ਹੁਕਮ ਹੈ। ਕਾਸ਼ ਮੈਂ ਡੈਡੀ ਨੂੰ ਹੁਣੇ ਦੇਖ ਪਾਂਦੀ।
ਜਿੱਦਾਂ ਹੀ ਬਿਊਟੀ ਨੇ ਬੋਲਿਆ, ਉਹਨੂੰ ਸ਼ੀਸ਼ੇ ਵਿੱਚ ਪਿਤਾ ਜੀ ਦਿਖੇ। ਬਿਊਟੀ ਬਹੁਤ ਖੁਸ਼ ਹੋਈ। ਉਹਦੇ ਪਿਤਾ ਜੀ ਉਹਦੇ ਸਾਹਮਣੇ ਜੋ ਸੀ, ਉਸੇ ਰਾਤ ਡਿਨਰ ਦੇ ਸਮੇਂ ਬੀਸਟ ਫੇਰ ਆਇਆ। ਕਿ ਮੈਂ ਤੁਹਾਨੂੰ ਦੇਖ ਸਕਦਾ ਹਾਂ ਬਿਊਟੀ? ਇਹ ਕੈਸਲ ਤੁਹਾਡਾ ਹੈ, ਮੈਨੂੰ ਕਿਉਂ ਪੁੱਛ ਰਹੇ ਹੋ? ਨਹੀਂ, ਹੁਣ ਇਹ ਸਭ ਤੁਹਾਡਾ ਹੈ। ਤੁਸੀਂ ਚਾਹੋ ਤਾਂ ਮੈਂ ਹੁਣੇ ਨਿਕਲ ਜਾਵਾਂ ਇੱਥੋਂ। ਬਿਊਟੀ ਨੂੰ ਬਹੁਤ ਅਚਰਜ ਹੋਇਆ ਇਹ ਸੁਣ ਕੇ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕਿ ਮੈਂ ਸੱਚੀ ਹੀ ਬਦਸੂਰਤ ਹਾਂ? ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ। ਫਿਰ ਉਹਨੇ ਸਿਰ ਹਿਲਾ ਕੇ ਹਾਮੀ ਭਰੀ। ਤਾਂ ਮੇਰੇ ਨਾਲ ਵਿਆਹ ਕਰੇਂਗੀ? ਇਸ ਵਾਰੀ ਬਿਊਟੀ ਜਰਾ ਸਖਤੀ ਨਾਲ ਬੋਲ ਪਈ, ਨਹੀਂ। ਬੀਸਟ ਵਾਪਸ ਮੁੜ ਕੇ ਚਲਾ ਗਿਆ, ਉਦਾਸ, ਕੱਲਾ। ਹਰ ਰੋਜ਼ ਡਿਨਰ ਦੇ ਵੇਲੇ ਬੀਸਟ ਬਿਊਟੀ ਨੂੰ ਮਿਲਦਾ ਸੀ ਅਤੇ ਉਹਦੀ ਕਾਫੀ ਦੇਖਭਾਲ ਕਰਦਾ ਸੀ। ਏਦਾਂ ਹੀ ਦਿਨ ਗੁਜ਼ਰਦੇ ਰਹੇ ਅਤੇ ਬਿਊਟੀ ਨੂੰ ਬੀਸਟ ਦੀ ਆਦਤ ਜਿਹੀ ਪੈ ਗਈ ਸੀ। ਕਾਸ਼ ਇਹ ਜਰਾ ਸੋਹਣੇ ਹੁੰਦੇ। ਕੁਝ ਮਹੀਨੇ ਹੋਰ ਗੁਜ਼ਰੇ। ਹੁਣ ਬਿਊਟੀ ਨੂੰ ਬੀਸਟ ਤੋਂ ਕੋਈ ਡਰ ਨਹੀਂ ਸੀ, ਬਲਕਿ ਉਹਨੂੰ ਉਹ ਪਸੰਦ ਆਉਣ ਲੱਗਾ ਸੀ। ਇੱਕ ਦਿਨ ਉਹਨੂੰ ਸ਼ੀਸ਼ੇ ਵਿੱਚ ਆਪਣੇ ਪਿਤਾ ਜੀ ਬਿਮਾਰ ਦਿਸੇ। ਉਹ ਬੀਸਟ ਦੇ ਕੋਲ ਗਈ ਘਰ ਜਾਣ ਲਈ ਪੁੱਛਣ, ਕਿਉਂਕਿ ਉਹਨੂੰ ਆਪਣੇ ਪਿਤਾ ਜੀ ਦੀ ਦੇਖਭਾਲ ਕਰਨੀ ਸੀ। ਬਿਲਕੁਲ ਤੁਸੀਂ ਜਾ ਸਕਦੇ ਹੋ, ਪਰ ਜੇ ਤੁਸੀਂ ਵਾਪਸ ਨਹੀਂ ਆਏ, ਸ਼ਾਇਦ ਮੈਂ ਦੁੱਖ ਨਾਲ ਮਰ ਜਾਵਾਂਗਾ। ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗੀ। ਬੀਸਟ ਨੇ ਬਿਊਟੀ ਨੂੰ ਇੱਕ ਮੁੰਦਰੀ ਦਿੱਤੀ। ਉਹਨੂੰ ਜੇ ਉਹ ਸੌਂਦੇ ਵੇਲੇ ਉਤਾਰ ਦਵੇ, ਉਹ ਉੱਠੇਗੀ ਸਿੱਧਾ ਕੈਸਲ ਦੇ ਅੰਦਰ। ਅਗਲੀ ਸਵੇਰ ਉਹ ਆਪਣੇ ਪਿਤਾ ਜੀ ਦੇ ਘਰ ਵਿੱਚ ਆਪਣੇ ਪੁਰਾਣੇ ਬੈੱਡ ਤੇ ਜਾਗੀ। ਉਹ ਆਪਣੇ ਡੈਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਉਹਦੇ ਡੈਡੀ ਦੀ ਅੱਧੀ ਬਿਮਾਰੀ ਭੱਜ ਗਈ ਉਹਨੂੰ ਮਿਲ ਕੇ। ਦੁਪਹਿਰ ਨੂੰ ਬਿਊਟੀ ਦੀਆਂ ਭੈਣਾਂ, ਜਿਨ੍ਹਾਂ ਦਾ ਹੁਣ ਵਿਆਹ ਹੋ ਚੁੱਕਾ ਸੀ, ਪਿਤਾ ਜੀ ਨੂੰ ਮਿਲਣ ਆਈਆਂ। ਘਰ ਵਿੱਚ ਬਿਊਟੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਉਹਨੂੰ ਉਲਝਣ ਵਿੱਚ ਫਸਾਉਣ ਦੀ ਠਾਣ ਲਈ। ਉਹਨੂੰ ਇੱਧਰ ਇੱਕ ਹਫ਼ਤਾ ਹੋਰ ਰੋਕ ਲੈਨੇ ਹਾਂ। ਬੀਸਟ ਗੁੱਸੇ ਵਿੱਚ ਆਏਗਾ ਅਤੇ ਉਹਨੂੰ ਮਾਰ ਦੇਵੇਗਾ। ਦੋਨੋਂ ਭੈਣਾਂ ਬਿਊਟੀ ਕੋਲ ਜਾ ਕੇ ਰੋਣ ਲੱਗੀਆਂ ਅਤੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਨਹੀਂ ਰਹਿਣਾ। ਬਿਊਟੀ ਨੇ ਫੈਸਲਾ ਕਰ ਲਿਆ ਇੱਕ ਹੋਰ ਹਫ਼ਤਾ ਉੱਥੇ ਰਹਿਣ ਦਾ। ਕੁਝ ਦਿਨਾਂ ਵਿੱਚ ਹੀ ਬਿਊਟੀ ਨੂੰ ਬੀਸਟ ਦੀ ਯਾਦ ਆਉਣ ਲੱਗ ਪਈ। ਇੱਕ ਰਾਤ ਉਹਨੇ ਬੀਸਟ ਨੂੰ ਆਪਣੇ ਗਾਰਡਨ ਵਿੱਚ ਬੇਜਾਨ ਜਿਹਾ ਪਿਆ ਹੋਇਆ ਵੇਖਿਆ। ਉਹ ਇੱਕਦਮ ਘਬਰਾ ਉੱਠੀ। ਮੈਂ ਕਿੰਨੀ ਮਤਲਬੀ ਬਣ ਰਹੀ ਹਾਂ। ਉਹਨੇ ਉਸੇ ਵੇਲੇ ਆਪਣੀ ਮੁੰਦਰੀ ਕੱਢ ਕੇ ਰੱਖ ਦਿੱਤੀ ਅਤੇ ਅਗਲੀ ਸਵੇਰ ਉਹ ਬੀਸਟ ਦੀ ਕੈਸਲ ਵਿੱਚ ਉੱਠੀ। ਉਹ ਦਿਨ ਭਰ ਬੀਸਟ ਦਾ ਰਸਤਾ ਦੇਖਦੀ ਰਹੀ, ਪਰ ਉਹਦੀ ਕੋਈ ਖਬਰ ਨਹੀਂ। ਘੰਟੋਂ ਪਰੇਸ਼ਾਨ ਰਹੀ, ਪਰ ਬੀਸਟ ਦੀ ਕੋਈ ਖਬਰ ਨਹੀਂ। ਇੱਕਦਮ ਤੋਂ ਉਹ ਗਾਰਡਨ ਵਿੱਚ ਗਈ। ਬੀਸਟ ਉੱਥੇ ਹੀ ਪਿਆ ਸੀ, ਬਿਲਕੁਲ ਓਦਾਂ ਹੀ ਜਿੱਦਾਂ ਸੁਪਨੇ ਵਿੱਚ ਦੇਖਿਆ ਸੀ ਉਹਨੇ। ਬਿਊਟੀ ਭੱਜ ਕੇ ਗਈ ਉਹਦੇ ਕੋਲ ਅਤੇ ਉਹਨੂੰ ਗਲੇ ਲਾ ਲਿਆ। ਬੀਸਟ ਦਾ ਦਿਲ ਧੜਕ ਰਿਹਾ ਸੀ। ਉਹਨੇ ਬੜੀ ਮੁਸ਼ਕਿਲ ਨਾਲ ਅੱਖਾਂ ਖੋਲੀਆਂ ਤੇ ਕੁਝ ਕਿਹਾ। ਮੈਨੂੰ ਲੱਗਿਆ ਸੀ ਤੁਸੀਂ ਨਹੀਂ ਆਓਗੇ ਸਾਹਿਬਾ, ਤਾਂ ਹੀ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ ਤੇ ਮੈਂ ਮਰਨ ਦੀ ਉਡੀਕ ਕਰ ਰਿਹਾ ਸੀ। ਪਰ ਮੈਂ ਤਾਂ ਤੈਨੂੰ ਚਾਹੁੰਦੀ ਹਾਂ, ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਉਸੇ ਪਲ ਕੁਝ ਜਾਦੂ ਜਿਹਾ ਹੋਣ ਲੱਗਿਆ। ਕੈਸਲ ਦੀ ਖੂਬਸੂਰਤੀ 2 ਗੁਣਾ ਹੋ ਗਈ। ਬਿਊਟੀ ਨੇ ਚਮਕਦੀਆਂ ਅੱਖਾਂ ਨਾਲ ਚਾਰੋਂ ਪਾਸੇ ਵੇਖਿਆ ਅਤੇ ਫਿਰ ਜਦੋਂ ਬੀਸਟ ਵੱਲ ਮੁੜੀ ਉਹ, ਤੇ ਉੱਥੇ ਇੱਕ ਗੱਭਰੂ ਜਵਾਨ ਤੇ ਸੋਹਣਾ ਪ੍ਰਿੰਸ ਸੀ। ਉਹਨੂੰ ਦੇਖਦੇ ਹੀ ਬਿਊਟੀ ਨੂੰ ਰੋਣਾ ਆ ਗਿਆ। ਤੁਸੀਂ ਕੌਣ ਹੋ? ਬੀਸਟ ਸੀ ਇੱਥੇ, ਉਹ ਕਿੱਥੇ ਗਏ? ਪ੍ਰਿੰਸ ਉੱਠ ਕੇ ਬੋਲਿਆ, ਮੈਂ ਹੀ ਉਹ ਬੀਸਟ ਹਾਂ। ਇੱਕ ਡਾਇਨ ਨੇ ਮੇਰੇ ਉੱਤੇ ਜਾਦੂ ਕਰਕੇ
ਮੈਨੂੰ ਇੱਕ ਭਿਆਨਕ ਬੀਸਟ ਬਣਾ ਦਿੱਤਾ ਸੀ। ਜੇ ਤੁਸੀਂ ਮੈਨੂੰ ਵਿਆਹ ਲਈ ਨਹੀਂ ਪੁੱਛਦੇ, ਮੈਨੂੰ ਪੂਰੀ ਜ਼ਿੰਦਗੀ ਬੀਸਟ ਬਣ ਕੇ ਹੀ ਕੱਟਣੀ ਪੈਂਦੀ। ਬਿਊਟੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸੱਚੇ ਦਿਲ ਨਾਲ ਉਹਨੂੰ ਸੱਚਾ ਪਿਆਰ ਜੋ ਮਿਲਿਆ। ਬਿਊਟੀ ਅਤੇ ਪ੍ਰਿੰਸ ਨੇ ਵਿਆਹ ਕੀਤਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਰਹੇ। ਬਹੁਤ ਪਹਿਲਾਂ ਇੱਕ ਫਾਰਮਰ ਕੋਲ ਇੱਕ ਡੋਂਕੀ ਹੁੰਦਾ ਸੀ। ਇਸ ਡੋਂਕੀ ਨੇ ਕਈ ਸਾਲ ਕੰਮ ਕੀਤਾ ਫਾਰਮਰ ਦੇ ਕੋਲ, ਕਣਕ ਦੀਆਂ ਬੋਰੀਆਂ ਲੱਦ-ਲੱਦ ਕੇ। ਉਮਰ ਹੁੰਦੇ ਹੁੰਦੇ ਡੋਂਕੀ ਦੀ ਤਾਕਤ ਘੱਟ ਹੋ ਚੁੱਕੀ ਸੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਹੁਣ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ, ਉਹ ਫਾਰਮ ਛੱਡ ਕੇ ਨਿਕਲ ਗਿਆ ਸਵੇਰੇ-ਸਵੇਰੇ। और ताकत तो नहीं मेरे च पर मेरी सुरीली आवाज तो है। क्यों ना मैं बर्मन जाके उते गाने गा के पैसे कमावा। ਰਸਤੇ ਵਿੱਚ ਉਹਨੂੰ ਸੁੱਤਾ ਹੋਇਆ ਇੱਕ ਹਾਊਂਡ ਡੌਗ ਮਿਲਿਆ। इधर रास्ते च क्यों सो रहा है भाई? मैं एक खून डॉग हाँ। उम्र बड़ी तो स्पीड घट हो गई। हुण मैं अपने मालिक नाल शिकार ते नहीं जांदा। फिर क्यों ना तू मेरे नाल चल। मैं बर्मन जा रहा सिंगर बनन। मेरा बैंड ज्वाइन कर ले तू। मैं मैंडोलिन बजावांगा ते तू ड्रम बजाई। ਹਾਊਂਡ ਡੌਗ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਡੋਂਕੀ ਦੇ ਨਾਲ ਤੁਰ ਪਿਆ। ਥੋੜੀ ਦੂਰ ਜਾਂਦੇ ਹੀ ਉਹਨਾਂ ਨੂੰ ਇੱਕ ਘਰ ਦੀ ਛੱਤ ਤੇ ਇੱਕ ਬਿੱਲੀ ਬੈਠੀ ਮਿਲੀ। ਉਹ ਬੜੀ ਉਦਾਸ ਲੱਗ ਰਹੀ ਸੀ। की गल है बिल्ली रानी, दुखी आत्मा लग रही है, की होया? ਹੁਣ ਬੁੱਢੀ ਹੋ ਗਈ ਹਾਂ ਮੈਂ। ਹੁਣ ਨਾ ਤਾਂ ਤੇਜ ਭਜਿਆ ਜਾਂਦਾ ਹੈ, ਨਾ ਦੰਦਾਂ ਨਾਲ ਕਟਿਆ ਜਾਂਦਾ ਹੈ। ਚੂਹੇ ਫੜਨੇ ਛੱਡ ਕੇ ਮੈਂ ਫਾਇਰ ਪਲੇਸ ਤੇ ਅੱਗ ਸੇਕਦੀ ਰਹਿੰਦੀ ਹਾਂ, ਢਿੱਲੀ ਜਿਹੀ ਹੋ ਕੇ। फिर तो तेनू आना चाहिए साडे नाल। ਤੁਹਾਡੇ ਨਾਲ? ਤੁਸੀਂ ਜਾ ਕਿੱਥੇ ਰਹੇ ਹੋ? परमन उत्थे साडा एक बैंड होवेगा। असी म्यूजिक वाले हाँ। बिल्ली जनरली चंगे म्यूजिशियंस होंदे ने। तू हारमोनिका बजा बैंड च। ਇਹ ਸੁਣਦੇ ਹੀ ਬਿੱਲੀ ਨੇ ਛਾਲ ਮਾਰੀ ਤੇ ਬੈਂਡ ਜੁਆਇਨ ਕਰ ਲਿੱਤਾ। ਇਹਨਾਂ ਦੀ ਤਿਗੜੀ ਇੱਕ ਫਾਨ ਵਿੱਚੋਂ ਲੰਘ ਰਹੀ ਸੀ। ਉਹਨਾਂ ਨੂੰ ਉੱਥੇ ਕੁੱਕੜ ਦਿਸਿਆ, ਜਿਹੜਾ ਖੰਭੇ ਤੇ ਬੈਠਾ ਕੁੱਕੜ ਕੂ ਕਰ ਰਿਹਾ ਸੀ। कुक्कड़ जी, दोपहर हो गई है, अज सवेरे अलार्म नहीं बजिया सी क्या? कल संडे है ते मेरे मालिक ने कुछ दोस्तों को खाने ते बुलाया है ते ओ मेरा चिकन तंदूरी बना के खाण वाले हैं। तो इत्थे अटके क्यों? भज क्यों नहीं जाते? मैं जावां भी ते कित्थे जावां? अज लास्ट डे है मेरा ते सोचा जी भर के कुकड़ू कू कर ला। बस कर। हाँ, अपनी आवाज ऐदा ना खर्च कर। साडे नाल बर्मन चल। असी एक बैंड बना रहे हैं ते तेरी स्ट्रॉन्ग आवाज पसंद आई मन्नू। ਕੁੱਕੜ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਉੱਡ ਕੇ ਉਹਨਾਂ ਨਾਲ ਤੁਰ ਪਿਆ। ਮੂਰੇ ਬਾਕੀ ਤਿੰਨ, ਮਗਰ ਕੁੱਕੜ। अज रात असी आजादी नाल सोवांगे। जदों उठेंगे एक नवा कल तैयार होगा साडे लिए। ਸੌਣ ਤੋਂ ਪਹਿਲਾਂ ਕੁੱਕੜ ਉਛਲਦੇ ਕੂਦਦੇ ਪੇੜ ਤੇ ਚੜ ਗਿਆ ਅਤੇ ਉੱਥੋਂ ਕੁਝ ਵੇਖਿਆ। मैनू इत्थे रोशनी नजर आ रही है, लगदा है कोल ही कोई घर है। ਤਾਂ ਕਿਉਂ ਨਾ ਉੱਥੇ ਚਲੀਏ ਆਪਾਂ। ਮੈਨੂੰ ਐਦਾਂ ਜੰਗਲ 'ਚ ਸੌਣ ਦੀ ਆਦਤ ਨਹੀਂ ਹੈ।
ਹਾਂ ਉੱਥੇ ਸ਼ਾਇਦ ਮੈਨੂੰ ਇੱਕ ਅੱਧੀ ਹੱਡੀ ਮਿਲ ਜਾਏ ਖਾਣ ਨੂੰ। ਇਹ ਚਾਰੋਂ ਉਸ ਲਾਈਟ ਵੱਲ ਤੁਰ ਪਏ ਅਤੇ ਆਖਿਰ ਵਿੱਚ ਇੱਕ ਘਰ ਮਿਲਿਆ ਉਹਨਾਂ ਨੂੰ। ਸਭ ਤੋਂ ਲੰਬਾ ਸੀ ਡੋਂਕੀ ਤੇ ਉਹਨੇ ਬਾਰੀ ਵਿੱਚੋਂ ਵੇਖਿਆ ਕਿ ਅੰਦਰ ਹੈ ਕੀ। ਕੀ ਦਿਖ ਰਿਹਾ ਹੈ? अरे भाइयों गजब हो गया, ਇੱਥੇ ਇੱਕ ਬਹੁਤ ਵੱਡਾ ਡਾਈਨਿੰਗ ਟੇਬਲ ਹੈ। ਵਾਹ ਜੀ ਵਾਹ। ਤਾਂ ਉਸ ਟੇਬਲ पे ਖਾਣ ਪੀਣ ਦੀ ਚੀਜ਼ਾਂ ਵੀ ਹੈ। ਹਾਏ ਮੇਰਾ ਤਾਂ ਲਾਰ ਟਪਕ ਰਹੀ ਹੈ। ਚਲੋ ਚਲੋ ਧਾਵਾ ਬੋਲਦੇ ਹਾਂ। रुको कुछ ਹੋਰ ਵੀ ਹੈ। ਹਾਂ 4 ਬੰਦੂਕ ਵਾਲੇ ਡਕੈਤ ਜਿਹੜੇ ਮਜ਼ੇ ਨਾਲ ਖਾ ਵੀ ਰਹੇ ਨੇ। ਹੁਣ ਖਾਣਾ ਕਿਵੇਂ ਖਾਵਾਂਗੇ? ਡਕੈਤ ਦਾ ਨਾਮ ਸੁਣਦੇ ਹੀ ਸਭ ਉਦਾਸ ਹੋ ਗਏ। ਕਿਉਂ ਆਣਾ ਸੀ ਇਹਨਾਂ ਨੂੰ ਇੱਥੇ? ਮੈਨੂੰ ਇੰਨੀ ਭੁੱਖ ਲੱਗ ਰਹੀ ਸੀ। ਚਲੋ ਵਾਪਸ ਜੰਗਲ ਨੂੰ। ਇੱਥੇ ਕੁਝ ਨਹੀਂ ਕਰ ਸਕਦੇ। ਕਾਸ਼ ਅਸੀਂ ਇਹਨੇ ਡਕੈਤਾਂ ਨੂੰ ਡਰਾ ਸਕਦੇ। ਅੱਛਾ ਦੇਖੋ, ਇੱਕ ਤਰੀਕਾ ਹੈ ਇਹਨਾਂ ਨੂੰ ਭਜਾਉਣ ਦਾ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਇੱਕ ਦੇ ਉੱਪਰ ਇੱਕ ਚੜ ਗਏ ਇਹ ਚਾਰੋਂ। ਤੇ ਅਚਾਨਕ ਤੋਂ ਬਾਹਰੋਂ ਨਾਲ-ਨਾਲ ਗਾਣ ਲੱਗੇ। ਇੰਨੀ ਡਰਾਵਨੀ ਆਵਾਜ਼ ਬਣੀ ਕਿ ਉਹਨੂੰ ਸੁਣਦੇ ਹੀ ਡਕੈਤਾਂ ਦੇ ਤੋਤੇ ਉੱਡ ਗਏ। ਚਾਰਾਂ ਨੇ ਮਿਲ ਕੇ ਬਾਰੀ ਤੋੜੀ ਤੇ ਡੋਂਕੀ ਨੇ ਛਾਲ ਮਾਰੀ ਅਤੇ ਅੰਦਰ ਧੜਾਮ ਨਾਲ। ਭੱਜੋ ਏ, ਜਾਨ ਲੈ ਲੈਂਗੇ। ਭੱਜੋ ਇੱਥੋਂ, ਬਚਾਓ, ਭਾਗੋ ਰੇ ਭਾਗੋ। ਆਪਣੀ ਬੰਦੂਕਾਂ ਉੱਥੇ ਹੀ ਛੱਡ ਛੁੱਟ ਕੇ ਡਕੈਤ ਭੱਜੇ ਜਾਨ ਬਚਾ ਕੇ। ਅਤੇ ਇਹ 4 ਯਾਰ ਬੜੇ ਖੁਸ਼ ਹੋਏ। ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ। ਹੁਣ ਟੇਬਲ ਤੇ ਜਿਹੜਾ ਖਾਣਾ ਸੀ ਉਹਦੇ ਉੱਤੇ ਇਹ ਟੁੱਟ ਪਏ। ਖਾਣਾ ਖਾ ਕੇ ਸਾਰੇ ਸੌਣ ਗਏ। ਥੱਕੇ ਹਾਰੇ ਸੀ बेचारे। सब लाइट्स बंद करके सो गए। अद्धी रात हो चुकी सी। डकैतां ने वेखिया कि घर विच लाइट नहीं है। उन्होंने अपने लंबू नूं भेजिया घर दे अंदर वेखण। लंबू अंदर गया तां बिल्कुल हनेरा सी अते उहनूं रोशनी चाहीदी सी। ਉਹਨੇ ਮਾਚਿਸ ਵਾਲੀ ਅਤੇ ਬਿੱਲੀ ਨੇ ਉਹਦੇ ਉੱਤੇ ਛਾਲ ਮਾਰੀ। ਉਹਨੇ ਨੁੰਦਰਾ ਮਾਰੀਆਂ ਤੇ ਹਾਊਂਡ ਡੌਗ ਨੇ ਉਹਦੇ ਪੈਰਾਂ ਤੇ ਵੱਢਿਆ। ਸ਼ੋਰ ਤੋਂ ਘਬਰਾ ਕੇ ਕੁੱਕੜ ਉੱਠਿਆ ਅਤੇ ਜ਼ੋਰ-ਜ਼ੋਰ ਨਾਲ ਕੁੱਕੜ ਕੂ ਕਰਨ ਲੱਗਿਆ। ਜਿੱਦਾਂ ਹੀ ਡਕੈਤ ਭੱਜਣ ਲੱਗਿਆ, ਬਾਹਰ ਖੜੇ ਡੌਂਕੀ ਨੇ ਉਹਨੂੰ ਜ਼ੋਰ ਨਾਲ ਲੱਤ ਮਾਰੀ। ਡਰਿਆ ਤੇ ਘਬਰਾਇਆ ਹੋਇਆ ਡਕੈਤ ਆਪਣੇ ਦੋਸਤਾਂ ਦੇ ਕੋਲ ਗਿਆ ਤੇ ਬੋਲਿਆ, ਓਏ ਉਸ ਘਰੇ 4 ਰਾਖਸ਼ ਨੇ ਤੇ ਉਹਨਾਂ ਨੇ ਮੇਰੇ ਤੇ ਹਮਲਾ ਵੀ ਕੀਤਾ। ਡਕੈਤ ਸਾਰੇ ਦੁਮ ਦਬਾ ਕੇ ਭੱਜੇ ਉੱਥੋਂ ਤੇ ਦੁਬਾਰਾ ਕਦੀ ਉੱਥੇ ਆਣ ਦੀ ਗੱਲ ਸੋਚੀ ਵੀ ਨਹੀਂ। 4.5 ਬਰਮਨ ਮਿਊਜ਼ੀਸ਼ੀਅਨਸ ਨੂੰ ਇਹ ਘਰ ਬਿਲਕੁਲ ਆਪਣੇ ਘਰ ਵਰਗਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਬਰਮਨ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਸਭ ਇੱਥੇ ਹੀ ਰਹੀਏ। ਇਹ ਚਾਰੋਂ ਪੂਰੀ ਜ਼ਿੰਦਗੀ ਇੱਥੇ ਹੀ ਰਹੇ, ਗਾਉਂਦੇ ਬਜਾਉਂਦੇ ਹੋਏ।